ਕਿ ਸੈਂਟਰਲ ਏਜੰਸੀਜ਼ ਦੀ ਹੈਲਪ ਦੇ ਨਾਲ ਅਜ਼ਰਬੈਜਾਨ ਦੇ ਵਿੱਚ ਉਹਨੂੰ ਡਿਟੇਨ ਕਰਾਇਆ ਹੈ ਤੇ ਦੇਰ ਇਜ਼ ਇਨਪੁਟ ਅਬਾਊਟ ਅਨਦਰ ਅਕਿਊਜ਼ਡ ਜਿਹੜਾ ਪਰਸੂ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੇ ਅਕਿਊਜ਼ਡ ਹੈਗੇ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਜਿਹੜਾ ਇਹ ਰਜਿੰਦਰ ਜੋਕਰ ਸੀਗਾ ਇਹ ਪਹਿਲੇ ਤੋਂ ਨੇਪਾਲ ਦੇ ਵਿੱਚ ਸਟੇਸ਼ਨਡ ਸੀ ਸੋ ਹੀ ਵਾਜ਼ ਇਨ ਟੱਚ ਥਰੂ ਗੋਲਡੀ ਬਰਾੜ ਜਿਹੜਾ ਕਿ ਮਾਸਟਰਮਾਈਂਡ ਸੀਗਾ ਮਰਡਰ ਦਾ ਹੀ ਵਾਜ਼ ਆਲਸੋ ਮਾਸਟਰਮਾਈਂਡ ਆਫ देयर escape plan ਸੋ ਮੋਸਟਲੀ ਮੁੰਡੀ ਤੇ ਕਪਿਲ ਇਕੱਠੇ ਰਹੇ ਹੈਗੇ ਤੇ ਦੇ ਹੈਵ ਸ਼ਿਫਟਡ ਬੇਸ ਹਰਿਆਣਾ ਰਾਜਸਥਾਨ ਯੂਪੀ ਤੋਂ ਹੁੰਦੇ ਹੋਏ ਦੇ ਰੀਚਡ ਵੈਸਟ ਬੰਗਾਲ ਇਹਨਾਂ ਦੀ ਪਲੈਨਿੰਗ ਸੀਗੀ ਕਿ ਨੇਪਾਲ ਦੇ ਥਰੂ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਦੁਬਈ ਦੇ ਵਿੱਚ ਫੇਕ ਪਾਸਪੋਰਟਸ ਤੇ ਸੈਟਲ ਕਰਾ ਦਾਂਗੇ ਤੇ ਨੇਪਾਲ ਤੋਂ ਥਰੂ ਆਈਦਰ ਲੈਂਡ ਰੂਟ ਯੂਜ਼ਿੰਗ ਭੂਟਾਨ ਤੇ ਉਸ ਤੋਂ ਬਾਅਦ ਮਿਆਂਮਾਰ ਥਾਈਲੈਂਡ ਜਾਂਦਾ ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਤੇ ਕਠਮੰਡੂ ਤੋਂ ਫਲਾਈਟ ਫੜ ਕੇ ਬੈਂਕਾਕ ਤੇ ਫਿਰ ਦੁਬਈ escape ਦਾ ਪਲਾਨ ਸੀਗਾ ਤੇ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰੀਲਿਮਿਨਰੀ ਸਟੇਜ ਤੇ ਇਹ ਵੀ ਗੱਲ ਆਈ ਹੈ ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ ਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ ਤੋ ਇਹਨਾਂ ਨੇ ਕਾਫੀ ਇਲੈਬੋਰੇਟ ਰੈਕੀ ਕੀਤੀ ਸੀਗੀ ਐਂਡ ਦੇ ਸਪੈਂਟ ਅ ਲੋਟ ਆਫ ਟਾਈਮ ਇਨ ਮੁੰਬਈ ਤੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਐਂਗਲ ਵੀ ਵੈਰੀਫਾਈ ਕਰ ਲਾਂਗੇ ਤੇ ਇਹ ਜਿਹੜਾ ਸ਼ੁਭਦੀਪ ਮਰਡਰ ਕੇਸ ਹੈਗਾ ਸਾਇੰਟੀਫਿਕ ਤਰੀਕੇ ਨਾਲ ਸਾਰਿਆਂ ਦੇ ਕੋਆਪਰੇਸ਼ਨ ਨਾਲ ਫਰੋਮ ਦਾ ਵੈਰੀ ਡੇ ਜਦੋਂ ਇਹ ਕੇਸ ਸ਼ੁਰੂ ਹੋਇਆ ਸੀਗਾ 29 ਮਈ ਦਾ ਇਨਸੀਡੈਂਟ ਹੈਗਾ ਤੋ 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ ਕਿ ਜਿਵੇਂ 2 ਸ਼ੂਟਰਸ ਕਰੋਲਾ ਦੇ ਵਿੱਚ ਸੀਗੇ 4 ਸ਼ੂਟਰਸ ਬੋਲੇਰੋ ਦੇ ਵਿੱਚ ਸੀਗੇ ਜਿਹਨੂੰ ਅਸੀਂ ਬੋਲੇਰੋ ਮੋਡਿਊਲ ਤੋਂ ਕਰੋਲਾ ਮੋਡਿਊਲ ਕਹਿੰਦੇ ਕਰੋਲਾ ਮੋਡਿਊਲ ਵਾਲੇ ਜਿਹੜੇ ਸ਼ੂਟਰ ਸੀਗੇ ਉਹ ਜੱਗੂ ਭਗਵਾਨਪੁਰੀਆ ਨੇ ਪ੍ਰੋਵਾਈਡ ਕੀਤੇ ਸੀ ਜਿਹੜੇ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਗਏ ਦੋਵੇਂ ਜਿਹੜੇ ਇਹਦੇ ਚ ਇਹ ਚੌਥਾ ਬੰਦਾ ਸੀਗਾ ਜਿਹੜਾ ਕਰੋਲਾ ਦੇ ਵਿੱਚ ਸੀਗਾ ਦੀਪਕ along with other 3 people were arrested by Delhi police ਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ ਉਸ ਤੋਂ ਬਾਅਦ ਅਸੀਂ ਅੱਗੇ ਸੀਸੀਟੀਵੀ ਫੁਟੇਜ ਉਹਦਾ ਸਟੱਡੀ ਕਰਕੇ ਉਹਦੇ ਚ ਪ੍ਰੀਅਮਵੰਤ ਦੀ ਸ਼ਨਾਖਤ ਹੋ ਗਈ ਸੀ ਉਸ ਤੋਂ ਬਾਅਦ ਦਾ ਰੂਟ ਵਾਸ ਆਇਡੈਂਟੀਫਾਈਡ ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਤੇ ਵੀ ਹੈਡ ਪ੍ਰੀਪੇਅਰਡ ਅ ਰੂਟ ਤੇ ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਸ ਡਨ ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ ਉਹ ਮਨਪ੍ਰੀਤ ਭਾਊ ਤੇ ਮਨਪ੍ਰੀਤ ਮੰਨਾ ਟਰੇਸ ਹੋਈ ਸੀਗੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆਂਦਾ ਸੀਗਾ ਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਤੇ ਕਾਮਯਾਬੀ ਹਾਸਲ ਕੀਤੀ ਹੈ ਵੀ ਆਰ ਕਮਿਟਡ ਟੂ ਐਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰੈਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਤੇ we are pursuing all leads. I'll just request Mr. Pramod Ban to speak briefly on the investigation and then we'll welcome any questions. Good morning. ਜਿਵੇਂ ਸਰ ਨੇ ਪਹਿਲੇ ਦੱਸਿਆ ਇਹ ਸ਼ੁਰੂ ਤੋਂ ਹੀ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਲੀਡਸ ਨੂੰ ਫੋਲੋ ਕਰਦੇ ਹੋਏ ਇਨਵੈਸਟੀਗੇਸ਼ਨ ਚੱਲੀ ਹੈ ਤੇ ਕੜੀ ਬਦਰ ਕੜੀ ਵਾਰੀ ਕਰਕੇ ਇੱਕ ਬੰਦਾ ਪਾਵੇ ਉਹ ਰੈਕੀ ਕਰਨ ਵਾਲਾ ਸੀਗਾ ਪਾਵੇ ਉਹ ਐਕਚੁਅਲ ਸ਼ੂਟਰ ਸੀਗੇ ਪਾਵੇ ਦੂਸਰੇ ਸਪੋਰਟ ਪ੍ਰੋਵਾਈਡਰ ਸੀ ਹਰ ਇੱਕ ਨੂੰ ਅਰੈਸਟ ਕੀਤਾ ਗਿਆ ਵਿਦ ਐਗਜ਼ੈਕਟ ਰੋਲ ਹਰ ਇੱਕ ਦਾ ਕੀ ਹੈ ਉਹਨੂੰ ਡਿਫਾਈਨ ਕਰਕੇ ਉਹਨੂੰ ਚਾਰਜਸ਼ੀਟ ਫਾਈਲ ਕੀਤੀ ਜਾ ਚੁੱਕੀ ਹੈ ਜਿਹੜਾ ਇਹ ਬੰਦਾ ਇੱਕ ਸ਼ੂਟਰ ਰਹਿੰਦਾ ਸੀਗਾ ਸ਼ੁਰੂ ਤੋਂ ਹੀ ਇਹਦੇ ਮਤਲਬ ਅਸੀਂ ਤੇ ਬਾਕੀ ਹੋਰ ਏਜੰਸੀਜ਼ ਵੀ ਲੱਗੇ ਹੋਏ ਸੀਗੇ we got the follow-up leads on them so our parties went to West Bengal and finally they've arrested everyone वापस लेकर आए so इस सारी तफ्तीश के दौरान it was an important case सारी तफ्तीश के दौरान as per guidance from CM साहब and DGP साहब एक चीज सिलसिलेवार सारी एजेंसीज नाल लेके ते सारी एजेंसीज के कोऑपरेशन में नाल ये तफ्तीश की गई है and I'm very thankful to the whole team of DGP and DG sir and all the other state as well civil agencies जिन्हों ने कोऑपरेशन नाल ये सारा मसला हल किया मैं ਇਹ ਵੀ ਦੱਸਣਾ ਚਾਹਾਂਗਾ ਕਿ ਸੀਐਮ ਸਾਹਿਬ ਨੇ ਰੈਗੂਲਰਲੀ ਉਹ ਕੇਸ ਦੀ ਮੋਨੀਟਰਿੰਗ ਕਰਦੇ ਸੀ ਕਿ ਹਰ 2 ਹਫ਼ਤੇ ਬਾਅਦ ਤੇ ਚੀਫ ਮਿਨਿਸਟਰ ਸਾਹਿਬ ਇਨਵੈਸਟੀਗੇਸ਼ਨ ਦੇ ਰਿਵਿਊ ਕਰਦੇ ਸੀ ਕਿ ਵਿਦਆਊਟ ਇੰਟਰਫੀਅਰਿੰਗ ਕਿ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇੰਟਰਫੀਰੈਂਸ ਕੀਤੀ ਹੈ ਬਟ देयर वाज दिस strong political will to solve this case and to establish the rule of law by ensuring justice. दो क्वेश्चन है मेरे सर एक तो ये बार-बार पुलिस ਨੂੰ ਬਾਹਰੋਂ ਚੈलेंज करना कि कल अरेस्ट होने के बाद जस्ट 2 मिनट की
ਗੋਲਡੀ ਬਰਾੜ ਦਾ ਇਹਦਾ ਸਟੇਟਮੈਂਟ ਆਉਣ ਲੱਗੀ ਉਹਦਾ ਕਹਿੰਦਾ ਪੰਜਾਬ ਪੁਲਿਸ ਨੂੰ ਤੇ ਕੁਝ ਲੋਕ ਜਿਹੜੇ ਚੁਣੌਤੀ ਲੈਂਦੇ ਨੇ ਬਾਰ-ਬਾਰ ਕਰਦੇ ਆ ਇਹ ਆਪਾਂ ਪ੍ਰੋਸੈਸ ਆਫ ਟੌਪ ਕੀਤਾ ਹੋਇਆ ਦਾ ਲੇਕਿਨ ਇੱਕ ਨਾ ਕਿ ਲੈਂਥੀ ਕਿਉਂਕਿ ਉਹ ਬਾਰ-ਬਾਰ ਇੱਕ ਸੋਸ਼ਲ ਮੀਡੀਆ ਨੂੰ ਕਰਕੇ ਇੱਕ ਤਾਂ ਲੋਕਾਂ ਨੂੰ ਵੀ ਗੁੰਮਰਾਹ ਕਰਦੇ ਆ ਸੈਕਿੰਡ ਸਰ ਤੁਸੀਂ ਸਲਮਾਨ ਖਾਨ ਨੇ ਬਾਕੀ ਦੀ ਗੱਲ ਕੀਤੀ ਹੈਗੀ ਜਿਹੜੇ ਪ੍ਰੋਮਿਨੈਂਟ ਲੋਕ ਨੇ ਸਰ ਜਿਹੜੇ ਉਹਨਾਂ ਦੇ ਟਾਰਗੇਟ ਸੀ ਵੀ ਸਰ ਬਲੀਵ ਕਰਨਾ ਕਿਉਂਕਿ ਬਲੀਵ ਕਰਨ ਕੁਮਾਰ ਸਾਹਿਬ ਕਿ ਵੀ ਇਹਨਾਂ ਨੂੰ ਫੜਿਆ ਕੀਤਾ ਕਿਉਂਕਿ ਥੋੜਾ ਜਿਹਾ ਬਹੁਤ ਇੱਕ ਹਰ ਚੀਜ਼ ਦੀ ਸਟੋਰੀ ਤੇ ਇੰਟਰਸਟਿੰਗ ਹੁੰਦੀ ਕਿਉਂਕਿ ਪੜਨਾ ਠੀਕ ਹੈ ਇਨਵੈਸਟਿੰਗ ਪਾਰਟ ਆਫ ਦੀ ਆਈ ਗਿਆ ਲੇਕਿਨ ਪਹੁੰਚਣ ਤੱਕ ਦੀ ਚੀਜ਼ ਤੁਹਾਨੂੰ ਦੱਸ ਦਿਓ ਕਿ ਕਿਵੇਂ ਪਹੁੰਚੇ ਕਿਵੇਂ ਹੋਇਆ ਕਿਉਂਕਿ ਸਰ ਬਾਕੀ ਦਾ ਦੇਖੋ ਜੀ ਜਿੱਥੋਂ ਤੱਕ ਗੋਲਡੀ ਦਾ ਸਵਾਲ ਹੈ देखो जी, I will not react to the statements of a fugitive. No, I'll not. नहीं, is he, ma'am? Is he an authority? So I will not. देखो जी, कोई गल नहीं जी, उरे लावांगे एक और प्रेस कॉन्फ्रेंस करांगे जब गोल्डी आऊगा जी। नहीं, मैं रिक्वेस्ट करूंगा गुरमीत चौहान जी डिटेल च दस देंगे पर अदरवाइज देखो एक दिन कल ਅਸੀਂ ਫੜਿਆ ਹੈ ਇਹ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੁਣ ਦੇਖੋ ਸੰਤੋਸ਼ ਯਾਦਵ ਵੀ ਫੜਿਆ ਜਾ ਚੁੱਕਾ ਮਹਾਰਾਸ਼ਟਰ ਤੋਂ ਜਿਹੜਾ ਦੂਜਾ ਬੰਦਾ ਹੈਗਾ ਉਹ ਡਿਟੇਨ ਹੋ ਗਿਆ ਜਿਹੜਾ ਬਿਸ਼ਨੋਈ ਸਚਿਨ ਬਿਸ਼ਨੋਈ ਹੈ ਸੋ ਅਸੀਂ ਸਿਸਟਮੈਟਿਕ ਤਰੀਕੇ ਨਾਲ ਜਿਹੜੇ ਵੀ ਇਹਨਾਂ ਨੇ ਡਿਸਕਲੋਜ਼ਰ ਦਿੱਤੀ ਹੈ ਦੈਟ ਇਜ਼ ਟੂ ਬੀ ਯੈਟ ਟੂ ਬੀ ਕੋਰੋਬੋਰੇਟਡ ਅਸੀਂ 100% ਉਸ ਤੇ ਯਕੀਨ ਨਹੀਂ ਕਰ ਸਕਦੇ ਤੇ ਅਸੀਂ ਦੂਜਿਆਂ ਨੂੰ ਲਾਵਾਂਗੇ ਇੰਟਰੋਗੇਸ਼ਨ ਕਰਾਂਗੇ ਨਿਸ਼ਾਨਦੇਹੀ ਕਰਾਵਾਂਗੇ ਜੇ ਲੋੜ ਹੋਏਗੀ ਆਪਣੀ ਪੁਲਿਸ ਪਾਰਟੀ ਬੰਬੇ ਭੇਜਾਂਗੇ ਜੀ ਤੇ ਹਾਲੇ ਇਟ ਇਜ਼ ਵੈਰੀ ਪ੍ਰੀਲਿਮਿਨਰੀ ਡਿਸਕਲੋਜ਼ਰ सर एक सवाल है सर एक सवाल है कत्ल होया 29 तरीक को कत्ल होया 10 तरीक को गिरफ्तारी हुई है 105 दिन मतलब टोटल 105 दिन 105 दिन आज कितने मूवमेंट रही है कितने हाइड आउट लिया है दीपक मुंडी में देखो जी सारा कुछ ਤੇ ਅਸੀਂ ਨਹੀਂ ਸ਼ੇਅਰ ਕਰ ਸਕਦੇ ਨਾ ਕਰਾਂਗੇ ਜੀ ਪਰ ਜਿਵੇਂ ਮੈਂ ਬਰੀਫਲੀ ਦੱਸਿਆ ਸੀਗਾ ਜਿਹੜੀ ਸਟੇਟਾਂ 'ਚ ਰਹੇ ਹੈਗੇ ਨਾ ਦੀਪਕ ਤੇ ਇਹ ਇਕੱਠੇ ਸੀਗੇ ਜੀ ਦੀਪਕ ਐਂਡ ਕਪਿਲ ਵਰ ਟੁਗੇਦਰ ਹਰਿਆਣਾ ਦੇਖੋ ਦੇ ਆਰ ਸ਼ਿਫਟਿੰਗ ਟੁਵਰਡਸ ਵੈਸਟ ਬੰਗਾਲ ਰਾਜਸਥਾਨ ਹਰਿਆਣਾ यूपी बिहार एंड वेस्ट बंगाल ब्रॉडली इस एक सुनियोजित तरीके नाल प्लान्ड तरीके नाल उस बॉर्डर आउटपोस्ट तक पहुंचे सी सर कपिल पंडित ਤੇ ਜਿਹੜਾ ਜੋਕਰ ਹੈ ਇਹਨਾਂ ਨੂੰ ਹੁਣ ਨਾਮਜ਼ਦ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਲਗਾਤਾਰ ਜਿੱਦਾਂ ਤੁਸੀਂ ਵੀ ਕਹਿ ਕੇ ਲੌਜਿਸਟਿਕ ਚੀਜ਼ਾਂ ਇਹਨਾਂ ਨੂੰ ਮੁਹੱਈਆ ਕਰਾਈ ਸਟਾਰਟਿੰਗ ਤੋਂ ਲੈ ਕੇ ਤਾਂ ਇਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ 'ਚ ਪਹਿਲਾਂ ਤਾਂ ਸੀ ਦੋਵੇਂ ਪਹਿਲੇ ਤੋਂ ਨਾਮਜ਼ਦ ਸੀਗੇ ਸਭ ਇਹਨਾਂ ਦਾ ਸ਼ੂਟਰ ਨਹੀਂ ਹੈਗੇ ਬਟ ਸਪੋਰਟਿੰਗ ਕਿਉਂਕਿ ਇਹਨਾਂ ਦਾ ਰੋਲ ਪਹਿਲੇ ਆ ਗਿਆ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ ऐसा कितों करते कौन तो कहीं ਵੱਡੀਆਂ ਕਰਨਾ ਜਿਹਦੇ ਬਾਹਰ ਰੇ ਕੋਈ ਤਾਂ ਸਰ ਪਿੱਛੇ ਕਿਉਂਕਿ ਸਰ ਫੰਡਿੰਗ ਦਾ ਜਾਂ ਜਿਹੜੇ ਵੈਪਨਸ ਆਏ ਉਹਨਾਂ ਦਾ ਜ਼ਿਕਰ ਚਾਰਜਸ਼ੀਟ 'ਚ ਵੀ ਨਹੀਂ ਹੋਇਆ ਇਹ ਕਿੱਥੇ ਫੰਡਿੰਗ ਕਿੱਥੋਂ ਹੋਈ ਹੈ ਜਾਂ ਕੋਈ ਹਥਿਆਰ ਹੈ ਉਹ ਵੀ ਫੰਡਿੰਗ ਦਾ ਸਰ ਮੈਟਰ ਕਰਨਾ ਨਹੀਂ ਅਸੀਂ ਦੇਖੋ ਜੀ ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕਰਾਂਗੇ ਅਦਰਵਾਈਜ਼ ਇਟ ਇਜ਼ ਵੈਰੀ ਕਲੀਅਰ ਕਿ ਗੋਲਡੀ ਜਿਹੜਾ ਹੈਗਾ ਉਹ ਲਿੰਚ ਪਿਨ ਚਲੋ ਮਤਲਬ ਮੈਂ ਲੋੜ ਤੋਂ ਵੱਧ ਕ੍ਰੈਡਿਟ ਗੋਲਡੀ ਨੂੰ ਵੀ ਨਹੀਂ ਦਿੰਦਾ ਕਿਉਂਕਿ ਇਹਦੇ 'ਚ ਕਈ ਕੜੀਆਂ ਜੁੜੀਆਂ ਹੈਗੀ ਪਰ ਮੇਨਲੀ ਮਤਲਬ ਉਹ ਅੱਗੇ ਕਲਵੇ ਜਿਵੇਂ ਇਹਨਾਂ ਦਾ ਉਰੇ ਨੈਟਵਰਕ ਹੈਗਾ ਟੈਲੀਫੋਨ ਤੇ ਇਨ ਟੱਚ ਹੁੰਦੇ ਆ ਤਾਂ ਹੀ ਅਸੀਂ ਜਿਹੜੇ ਬੰਦੇ ਪਨਾਹ ਦੇ ਰਹੇ ਹੈਗੇ ਜਿਹੜੇ ਬੰਦੇ ਪੈਸੇ ਦੇ ਰਹੇ ਹੈ ਅਸੀਂ ਸਾਰਿਆਂ ਨੂੰ ਨੋਮੀਨੇਟ ਕਰਕੇ ਗ੍ਰਿਫਤਾਰ ਕਰ ਰਹੇ ਹਾਂ ਐਂਡ ਸਪੈਸੀਫਾਈਂਗ ਦਾ ਰੋਲ ਆਫ ਈਚ ਪਰਸਨ सारे वेपन रिकवर हो चुके हैं या फिर अभी भी कुछ पेंडिंग है ਬਾਕੀ ਕਹਿੰਦਾ ਮਤਲਬ ਇਹ ਕਿੰਨੇ ਰਹੇ ਠੀਕ ਮੈਂ ਦੱਸਿਆ ਸੀਗਾ ਨਾ 23 ਅਕਿਊਜ਼ਡ ਅਸੀਂ ਅਰੈਸਟ ਕੀਤੇ ਜੀ ਤੇ 2 ਅਕਿਊਜ਼ਡ ਨਿਊਟਰਲਾਈਜ਼ ਹੋ ਗਏ ਜੀ ਤੇ ਹੁਣ ਤੱਕ 35 ਅਕਿਊਜ਼ਡ ਨੀਂਦ ਹੈਗੇ ਜੀ ਸਰ ਰਿਤੂ ਵਾਲਾ ਦੇ ਫਾਦਰ ਦੀ ਪ੍ਰਤੀਕਿਰਿਆ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਫੜੇ ਗਏ ਨੇ ਤਾਂ ਛੋਟੇ ਲੋਕ ਨੇ ਕਿ ਬੜਿਆਂ ਦੇ ਗਿਰਬਾਨ ਤੱਕ ਹੱਥ ਜਾਊਗੇ ਨਹੀਂ ਦੇਖੋ ਜੀ ਉਹਨਾਂ ਦੇ ਬਿਆਨ ਤੇ ਉਹਨਾਂ ਦਾ ਅਸੀਂ ਬਹੁਤ ਰਿਗਾਰਡ ਕਰਦੇ ਹਾਂ ਤੇ ਇੰਨਾ ਵੱਡਾ ਨੁਕਸਾਨ ਹੋਇਆ ਹੈ ਤੇ ਸਾਨੂੰ ਪਤਾ ਕਿ ਸਾਡੇ ਉਪਰਾਲਿਆਂ ਤੋਂ ਕਦੀ ਜੋ ਨੁਕਸਾਨ ਹੋਇਆ ਵਾਪਸ ਨਹੀਂ ਆ ਸਕਦਾ ਬਟ ਵੀ ਸਟੈਂਡ ਵਿਦ ਹਿਮ ਫੁਲੀ ਸਰਦਾਰ ਬਲਕੌਰ ਸਿੰਘ ਨੇ ਬਹੁਤ ਹੀ ਮੈਚੁਰਿਟੀ ਨਾਲ ਸਾਰਾ ਮਸਲਾ ਹੈਂਡਲ ਕੀਤਾ ਹੈ ਤੇ ਅਸੀਂ ਉਹਨਾਂ ਦੇ ਬਿਆਨ ਤੇ ਫॉर ਯੋਰ ਇਨਫੋਰਮੇਸ਼ਨ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਸੀਗਾ ਉਹਨਾਂ ਦਾ ਸਟੇਟਮੈਂਟ ਅਸੀਂ ਲਿਖਿਆ ਹੈ ਤੇ ਉਹਨਾਂ ਨੂੰ ਨੋਮੀਨੇਟ ਕਰ ਲਿਆ ਐਜ਼ ਅਕਿਊਜ਼ਡ ਜਿਹੜੀ ਪਹਿਲੀ ਗੱਲ ਪ੍ਰੈਸ 'ਚ ਆਈ ਵੀ ਹੈ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਐਜ਼ ਪਰ ਲਾਅ ਅੱਗੇ ਕਾਰਵਾਈ ਕਰਾਂਗੇ सर एक बार कहने वाले फादर के व्हाइट कॉलर ਨੂੰ ਫੜਨਾ ਅਜੇ ਬਾਕੀ ਹੈ ਬਲਕੌਰ ਸਿੰਘ ਸਰ ਜਿਹੜੇ ਫਾਦਰ ਸਾਹਿਬ ਨੇ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਯੂਨਿਟੀ ਦੇ ਨਾਲ ਕਿ ਵਾਈਟ ਕਾਲਰ ਵਾਲੇ ਹਜੇ ਵੀ ਫਰਾਰ ਹਾਲਾਂਕਿ ਗੈਂਗਸਟਰ ਉਹਨੂੰ ਫੜ ਰਹੀ ਹੈ ਪੁਲਿਸ ਵਧੀਆ ਕੰਮ ਹੈ ਲੇਕਿਨ ਜਿਹੜੇ ਵਾਈਟ ਕਾਲਰ ਨੇ ਕਈ ਜਿਹੜਾ ਇੰਟਰਨੈਟ ਤੋਂ ਗੱਲ ਕਰ ਰਹੇ ਹੋਮਲੈਂਡ ਦੇ ਨਾਲ ਕਨੈਕਸ਼ਨ ਦੀ ਗੱਲ ਕਰ ਰਹੇ ਜਾਂ ਫਿਰ ਵਾਈਟ ਕਾਲਰ ਦੀ ਗੱਲ ਕਰ ਰਹੇ ਇਹਨਾਂ ਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ ਅਸੀਂ ਉਹਨਾਂ ਦੇ ਬਿਆਨ ਤੇ ਨਾ ਉਹਨਾਂ ਦਾ ਸਪਲੀਮੈਂਟਰੀ ਬਿਆਨ ਲਿਖਿਆ ਸੀ ਉਹਨਾਂ ਨੇ ਕੁਝ ਹੋਰ ਮੁਲਜ਼ਮਾਂ ਤੇ ਸ਼ੱਕ ਜ਼ਾਹਿਰ ਕੀਤਾ ਸੀ ਤੇ ਉਹਨਾਂ ਨੂੰ ਨੋਮੀਨੇਟ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਮੈਂ
ਸਪੈਸੀਫਿਕ ਕਮੈਂਟ ਇਨਵੈਸਟੀਗੇਸ਼ਨ ਬਾਰੇ ਨਹੀਂ ਦੇ ਸਕਦਾ ਕਿਉਂਕਿ ਉਹ ਇਨਵੈਸਟੀਗੇਸ਼ਨ ਆਨਗੋਇੰਗ ਹੈ ਉਨ ਮੁਲਜ਼ਮਾਂ ਬਾਰੇ। ਸਰ ਕੁਝ ਸਿੰਗਰਸ ਦੀ ਭੂਮਿਕਾ ਤੇ ਵੀ ਸਵਾਲ ਕੀਤੇ ਗਏ ਸੀ। ਉਹਨਾਂ ਨੇ ਸਾਨੂੰ ਬਿਆਨ ਦਿੱਤਾ ਹੈ ਜੀ, ਤੇ ਉਸ ਦੇ ਬੇਸ ਤੇ ਅਸੀਂ ਇਨਵੈਸਟੀਗੇਟ ਕਰਾਂਗੇ। ਪ੍ਰਮੋਦ ਸਰ ਇੱਕ ਬਾਰ-ਬਾਰ ਜਿਹੜੀ ਗੱਲ ਹੈ ਗੈਂਗਸਟਰ ਨੂੰ ਆਤੀ ਉੱਥੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਵਗੈਰਾ ਥੋੜੀ ਪ੍ਰਧਾਨਗੀ ਦੇ ਵਿੱਚ, ਲੇਕਿਨ ਇਹ ਸਰ ਗੈਂਗਸਟਰ ਜਿਹੜਾ ਚੱਲਦਾ ਹੈ ਛੋਟਾ-ਮੋਟਾ ਜੋ ਚੱਲਦਾ ਹੈ ਇਹ ਤੁਸੀਂ ਮਤਲਬ ਕਰਤਾ ਤੇ ਜਿਹੜੀ ਕੋਕੇ ਮੇਨ ਇਹੀ ਇਕੱਲੇ ਦੋ ਹੈਗਾ ਨਾ ਉਸ ਤੋਂ ਬਾਅਦ ਖਤਮ ਸੰਭਾਵਨਾ ਕਿ ਹੋਰ ਵੀ ਕੋਈ ਹੈਗੀ ਕਿੰਨੇ ਪ੍ਰਕਾਰ ਦੇ ਇਹ ਕੈਟਾਗਰੀ ਬੀ ਕੈਟਾਗਰੀ ਆਲਮੋਸਟ ਕਿੰਨੇ ਕੀ ਹੈ? ਨਹੀਂ ਬਾਜਵਾ ਸਾਹਿਬ, ਮੈਂ ਪਹਿਲੇ ਮੈਂ ਦੱਸਾਂਗਾ। ਦੇਖੋ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇੱਕ ਸਟੇਟ ਲੈਵਲ ਦੀ ਨੋਡਲ ਏਜੰਸੀ ਹੈ, ਪਰ ਇਹਨਾਂ ਦਾ ਕੰਮ ਹੈਗਾ ਕੋਆਰਡੀਨੇਸ਼ਨ ਕਰਨਾ ਤੇ ਸਪੈਸ਼ਲ ਵੱਡੇ ਆਪਰੇਸ਼ਨ ਕਰਨੇ। ਅਦਰਵਾਈਜ਼ ਹਰ ਐਸਐਸਪੀ ਦਾ, ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਹਰ ਐਸਐਸਪੀ, ਹਰ ਸਬ ਡਿਵੀਜ਼ਨਲ ਡੀਐਸਪੀ, ਹਰ ਐਸਐਚਓ ਦਾ ਇਹ ਕੰਮ ਹੈ ਕਿ ਕ੍ਰਾਈਮ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਉਹ ਐਕਸ਼ਨ ਕਰੇ ਜੀ। ਇਹਨਾਂ ਦਾ ਰੋਲ ਹੈਗਾ ਟੂ ਕੋਆਰਡੀਨੇਟ, ਦੂਜੀ ਸਟੇਟਾਂ ਨਾਲ ਤਾਲਮੇਲ ਕਰਨਾ, ਜੇ ਇਹਨਾਂ ਕੋਲ ਵੱਡੀ ਇਨਫੋਰਮੇਸ਼ਨ ਹੁੰਦੀ ਜ਼ਿਲ੍ਹਿਆਂ 'ਚ ਆਪਸ ਦੇ ਵਿੱਚ ਤਾਲਮੇਲ ਕਰਨਾ। ਆਈ ਰਿਕੁਐਸਟ ਮਿਸਟਰ ਬਾਨ ਟੂ ਐਲੈਬੋਰੇਟ। सी आज तो जैसे बीस साहब कह रहे हैं, जब से ये टीम बनी है उदो तो ही ना केवल बड़े गैंगस्टर्स के खिलाफ बल्कि बीएसएफ ने क्या हर एक जिले च कौन से लिस्टेड क्रिमिनल्स किहड़े हैगे आ ਉਹਨਾਂ ਦੇ ਖਿਲਾਫ ਕੀ ਕਰਵਾਈ ਬਣਦੀ, ਜਿਹੜੇ ਜੇਲ੍ਹ 'ਚ ਬੈਠੇ ਉਹ ਕੀ ਕਰੀ ਜਾ ਰਹੇ, ਉੱਥੋਂ ਉਹਨਾਂ ਦੀ ਕੀ ਐਕਟੀਵਿਟੀ ਹੈਗੀ, ਜੇਲ੍ਹ ਤੋਂ ਲਿਆ ਕੇ ਉਹਨਾਂ ਦੀ ਪੁੱਛਗਿੱਛ ਹੋ ਰਹੀ ਹੈ। हर जिला व टास्क बढ़ के सारे एसएसपी सारे डीएसपी से ही काम कर रहे हैं एंड वी आर प्रोवाइडिंग टोटल कोऑर्डिनेशन एंड एनालिसिस एज वेल एज ऑल्सो। सर बार-बार रिंदा ਦਾ ਨਾਮ ਸਾਹਮਣੇ ਆ ਰਿਹਾ ਹੈ, ਬਾਰ-ਬਾਰ ਲੰਡਾ ਦਾ ਨਾਮ ਸਾਹਮਣੇ ਆ ਰਿਹਾ। ਕਿਸੇ ਵੀ ਕੇਸ ਨੂੰ ਅਸੀਂ ਦੇਖ ਲਈਏ, ਅੰਮ੍ਰਿਤਸਰ ਵਾਲਾ ਜਿਹੜਾ ਇਹ ਵੀ ਕੇਸ ਹੋਇਆ ਜਾਂ ਫਿਰ ਕੁਰੂਕਸ਼ੇਤਰ ਵਾਲਾ ਜਿਹੜਾ ਤੁਸੀਂ ਬੰਦਾ ਫੜਾ ਨਛੱਤਰ ਸਿੰਘ ਮੋਦੀ ਜਾਂ ਹੋਰ ਸੁਖਦੇਵ ਤੇ ਹੋਰ ਹੈਪੀ, ਇਹ ਬਾਰ-ਬਾਰ ਪਾਕਿਸਤਾਨੀ ਜਿਹੜਾ ਰਿੰਦਾ ਬੈਠਾ ਹੈ ਜਾਂ ਫਿਰ ਲੰਡਾ ਦਾ ਫਾਈਨੈਂਸ਼ਲੀ ਜਾਂ ਫਿਰ ਐਕਸਪਲੋਸਿਵ ਇਹਦਾ ਲੈ ਕੇ ਹੁਣ ਕੀ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ, ਕਿਉਂਕਿ ਇਹਨਾਂ ਦਾ ਨਾਮ ਗੈਂਗਸਟਰ ਦੇ ਨਾਲ ਵੀ ਜੁੜਦਾ ਹੈ। ਆਰਪੀਜੀ ਅਟੈਕ ਮਾਮਲੇ 'ਚ ਵੀ ਦੀਪਕ ਤੇ ਦੀਪਾਂਸ਼ੂ ਦਾ ਨਾਮ ਸਾਹਮਣੇ ਆ ਰਿਹਾ ਜਿਹੜਾ ਗੈਂਗਸਟਰ ਫਲੋਰੈਂਸ ਬਿਸ਼ਨੋਈ ਦਾ ਦੋਸ਼ੀ ਹੈ। ਦੇਖੋ ਜੀ, ਇੱਥੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਨਾਂ ਆਇਆ, ਅਸੀਂ ਇਹਨਾਂ ਨੂੰ ਨੋਮੀਨੇਟ ਕੀਤਾ ਹੈ। ਇਨਫੈਕਟ ਜਿਹੜਾ ਨਛੱਤਰ ਸਿੰਘ ਵਾਲਾ ਆਪਰੇਸ਼ਨ ਸੀ ਬਹੁਤ ਵਧੀਆ ਆਪਰੇਸ਼ਨ ਪੁਲਿਸ ਦਾ ਹੋਇਆ, ਉਹਦੇ ਵਿੱਚ ਘੱਟ ਤੋਂ ਘੱਟ 25 ਜਿਹੜੇ ਲੰਡਾ ਦੇ ਜਿਹੜੇ ਕੰਟੈਕਟਸ ਹੈਗੇ ਉਹਦਾ ਨਵਾਂ ਨੈਟਵਰਕ ਐਕਸਪੋਜ਼ ਹੋਇਆ ਹੈ, ਸਾਰਿਆਂ ਨੂੰ ਅਸੀਂ ਨੋਮੀਨੇਟ ਕੀਤਾ ਹੈ ਤੇ ਉਸ ਆਪਰੇਸ਼ਨ ਤੋਂ ਇਹਨਾਂ ਨੂੰ ਬਹੁਤ ਵੱਡੀ ਸੈਟਬੈਕ ਪਈ। ਅਦਰਵਾਈਜ਼ ਦੇਖੋ ਜੀ, ਆਈਐਸਆਈ ਦੇ ਡਾਇਰੈਕਸ਼ਨਸ ਤੇ ਜਿਹੜੇ ਬੰਦੇ ਉੱਥੇ ਬੈਠੇ ਹੈਗੇ ਅਸੀਂ ਤੇ ਉਹਨਾਂ ਨੂੰ ਟੈਰਰਿਸਟ ਸਮਝਦੇ, ਉਹਦੇ ਵਿੱਚ ਭਾਵੇਂ ਇਹ ਗੈਂਗਸਟਰ ਸੀਗੇ, ਇਹਨਾਂ ਦਾ ਪਿਛੋਕੜ ਸਾਡੇ ਲਈ ਜਿਹੜੇ ਬੰਦੇ ਨੇ ਟੈਰਰਿਸਟ ਕ੍ਰਾਈਮ ਕੀਤਾ ਹੈ, ਹੀ ਇਜ਼ ਅ ਟੈਰਰਿਸਟ ਐਂਡ ਹੀ ਵਿਲ ਬੀ ਟ੍ਰੀਟਡ ਐਜ਼ सच। सर एक जो बात सामने आ रही है उसमें ये कि ये तीनों लोग बिहार से नेपाल में एंट्री किए तो वहां पर ये गांव वालों ने इनको बच्चा चोर समझकर इनकी पिटाई की, उसके बाद इन्होंने थाने की शरण ली और फिर उसके बाद ये एमएचए की जो है सुझाव के बाद एमएचए के बाद जब शिकायत पहुंची तब पंजाब पुलिस को पता लगा इसकी किसने की सच्चाई की। नहीं देखिए, हमारी टीमें वहाँ पहले से थी तो इससे ज्यादा मैं कुछ नहीं कहूंगा क्योंकि इन्वेस्टिगेशन अभी चल रही है। ਗੈਂਗਸਟਰ ਨਾਲ ਕਿੰਨਾ ਕੰਟਰੋਲ ਹੈਗਾ ਕਿ ਜਿਹੜਾ ਬਾਹਰ ਹੋ ਕੇ ਅਕਸਰ ਹੋ ਕੇ ਗੈਂਗਸਟਰ ਦਾ ਚਲੋ ਹੁਣ ਤੁਸੀਂ ਲੱਗੇ ਪਿਓ ਉਹ ਫਾਰਮਰ ਮਿਲੀਟੈਂਟ ਦੇ ਬਾਹਰ नहीं बाजवा साहब बिल्कुल ठीक है। एक्चुअली ਜਿਹੜੀ ਗੱਲ ਇਹ ਥੋੜੀ ਵਰੀਸਮ ਵੀ ਹੈ ਕਿਉਂਕਿ ਪਹਿਲੇ ਤੁਸੀਂ ਦੇਖੋਗੇ ਜਿਵੇਂ ਇਹ ਬਲਾਸਟ ਹੋਈ ਸੀ ਜਾਂ ਜਿਵੇਂ ਆਪਣਾ ਸ਼ਿੰਗਾਰ ਬਲਾਸਟ ਸੀਗਾ ਉਸ ਤੋਂ ਬਾਅਦ ਸੀਗਾ ਤੇ ਇਹਨਾਂ ਨੂੰ ਜਿਹੜੇ ਟੈਰਰਿਸਟ ਐਲੀਮੈਂਟਸ ਹੈਗੇ ਇਹਨਾਂ ਨੂੰ ਰਿਕਰੂਟ ਨਹੀਂ ਮਿਲ ਰਹੇ ਸੀ ਕਿਉਂਕਿ ਦੇਖੋ ਜਿਹੜਾ ਪੰਜਾਬ ਦਾ ਯੂਥ ਹੈਗਾ ਉਹ ਟੈਰਰਿਜ਼ਮ ਦੀ ਆਈਡੀਓਲੋਜੀ ਨਾਲ ਨਹੀਂ ਐਸੋਸੀਏਟਡ ਹੈ। ਪਰ ਇੱਕ ਇਹ ਨਾਭਾ ਜੇਲ ਬ੍ਰੇਕ ਦੇ ਵਿੱਚ ਪਹਿਲੀ ਵਾਰੀ 2016 ਦੇ ਵਿੱਚ ਪਹਿਲੀ ਵਾਰੀ ਟੈਰਰਿਸਟ ਗੈਂਗਸਟਰ ਨਿਕਸਸ ਵੇਖਣ ਚ ਆਇਆ ਤੇ ਇਹਨਾਂ ਨੂੰ ਗੈਂਗਸਟਰਸ ਨੂੰ ਐਜ਼ ਕੈਨਨ ਫੋਡਰ ਵਰਤਿਆ ਜਾ ਰਿਹਾ ਹੈ। ਇੱਕ ਦੂਜੇ ਦੇਸ਼ ਦੀ ਏਜੰਸੀ ਜਿਹੜੀ ਹੈਗੀ ਇਹਨਾਂ ਨੂੰ ਵਰਤ ਰਹੀ ਹੈਗੀ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ। मिशन की जानकारी कोई इतना आया कि इन्होंने लगा अपने किसी ਦੇ ਉੱਤੇ ਜਾਂ ਫਿਰ ਕਿਸੇ ਦੇ ਕਹਿਣ ਦੇ ਉੱਤੇ ਹੀ ਸਾਰਾ ਕੁਝ ਲੁਕਾਇਆ ਹੈ। ਦੇਖੋ ਜੀ, देयर आर मैनी, मैं विदाउट टेकिंग नेम्स ਜਦੋਂ ਅਸੀਂ ਇੰਟਰੋਗੇਸ਼ਨ ਕਰਨੇ ਕਈ ਗੈਂਗਸਟਰ ਕਹਿੰਦੇ ਜੀ ਠੀਕ ਹੈ ਜੀ ਅਸੀਂ ਗੈਂਗਸਟਰ ਹੈਗੇ, ਗਲਤੀ ਹੋ ਗਈ ਹੈ, ਪਰ ਅਸੀਂ ਐਂਟੀ ਨੈਸ਼ਨਲ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀ ਦੇਖੋ ਕ੍ਰਿਮੀਨਲ ਹੈ ਤੇ ਕੁਝ ਗੈਂਗਸਟਰ ਹੈਗੇ ਜੀ। ਕ੍ਰਾਈਮ ਅਜੇ ਤੱਕ ਸਿਰਫ ਬਦਲਾ ਹੀ ਲੱਗਿਆ ਕੁਝ ਹੋਰ ਵੀ ਹੈ ਮੋਟਿਵ ਆਫ ਕ੍ਰਾਈਮ ਕਿਸੇ ਬਦਲੇ ਇੱਕ ਦੂਸਰੇ ਵਾਲੇ ਕੇਸ ਮੋਟਿਵ ਆਫ ਕ੍ਰਾਈਮ ਉਹਨਾਂ ਨੇ ਬਦਲਾ ਕਿ ਸਮਥਿੰਗ ਐਲਸ। ਵੀ ਆਰ ਇਨਵੈਸਟੀਗੇਟਿੰਗ ਜੀ। ਸਰ ਕਿਹੜੀਆਂ ਟੀਮਾਂ ਇਹ ਕੰਮ ਕਰ ਰਹੀਆਂ ਉਹ ਮੋਟੀਵੇਟ ਵਾਸਤੇ ਤੁਸੀਂ ਪੁਲਿਸ ਕੀ ਕਰਦੀ ਕਿਉਂਕਿ ਹੱਥ ਜਾਣਨਾ ਚਾਹੀਦਾ ਹਰ ਡਿਊਟੀ ਉਹਨਾਂ ਦੀ ਹੈਗੀ ਹੈ ਲੇਕਿਨ ਫਿਰ ਵੀ ਉਹ ਟੀਮਾਂ ਵਾਸਤੇ ਕੀ ਖਾਸ ਕੁਝ ਨਹੀਂ ਜੀ, ਉਹ ਤੇ ਅਸੀਂ ਕਰਾਂਗੇ ਜੀ, ਮੋਟੀਵੇਟ ਕਰਾਂਗੇ, ਬਟ ਅਸੀਂ ਹਾਂਜੀ ਤਿੰਨ ਟੀਮਾਂ ਦੱਸਦੇ ਨੇ ਤੁਸੀਂ ਥੋੜਾ ਖੁਲਾਸਾ ਕਰੋ ਸਰ ਮਾੜਾ ਜਿਆਦਾ ਨਹੀਂ they'll be given suitable incentive and rewards। ਜੀ ਸਰ ਇੱਕ ਜਿਹੜਾ ਨਿਸ਼ਾਨਾ ਸਿੰਘ ਗ੍ਰਿਫਤਾਰ ਹੋਇਆ ਸੀ, ਕਿਹਾ ਜਾ ਰਿਹਾ ਕਿ ਪੁੱਛਗਿੱਛ ਦੇ ਵਿੱਚ ਖੁਲਾਸੇ ਹੋਏ ਨੇ ਕਿ ਸਲੀਪਰ ਸੈੱਲ ਪੰਜਾਬ ਦੇ ਵਿੱਚ ਤਿਆਰ ਕੀਤੇ ਗਏ ਨੇ, 24 ਤੋਂ 25 ਬੰਦੇ ਜਿਹੜੇ ਨੇ ਉਹ ਤਿਆਰ ਹੋਏ ਨੇ ਜਿਹੜੇ ਐਕਸਪਲੋਸਿਵ ਬਣਾ ਸਕਦੇ ਨੇ, ਜਿਹੜੇ
ਬਲਾਸਟ ਕਰਨ ਦੇ ਵਿੱਚ ਸੈਕਸ਼ਨ ਦੇ ਇਸ ਤਰ੍ਹਾਂ ਦੀ ਸਰ ਕਿਤੇ ਵੀ ਇੱਕ ਹੋਰ ਐਡ ਕਰ ਲਓ, ਚੜਤ ਸਿੰਘ ਦਾ ਨਾਮ ਜਿਹੜਾ ਹੈਗਾ ਸਾਹਮਣੇ ਆਇਆ, ਚੜਤ ਸਿੰਘ ਹੋ ਰਹੀ ਹੈ ਨਹੀਂ, ਯੈਸ ਯੂ ਆਰ ਰਾਈਟ, ਚੜਤ ਬਹੁਤ ਇੰਪੋਰਟੈਂਟ ਹੈ। ਨਹੀਂ, ਮੈਂ ਇੰਟਰੋਗੇਸ਼ਨ ਦਾ ਖੁਲਾਸਾ ਦੇ ਸਕਦਾ ਕਿ ਸਿਰਫ ਤੇ ਕੱਲਾ ਨਛੱਤਰ ਹੈਗਾ who was able to assemble an IED। ਦੇਖੋ ਜੀ IED ਬਾਹਰੋਂ ਆਂਦੀ ਹੈ, ਸੋ ਇਹ ਜਿਹੜੇ 25 ਬੰਦੇ ਸੀਗੇ ਬੇਸਿਕਲੀ ਸਪੋਰਟ ਨੈਟਵਰਕ ਸੀ, ਸੋ none of them can make an IED, but this itself is very worrisome ਕਿ ਇੰਡੀਆ ਦੇ ਵਿੱਚ ਬੈਠਿਆ ਬੰਦਾ ਥਰੂ ਆਨਲਾਈਨ ਟ੍ਰੇਨਿੰਗ ਕਿ ਉਹਨੇ ਐਕਚੁਅਲੀ ਅਸੀਂ ਜਦੋਂ ਉਹਨੂੰ ਪੁੱਛਗਿੱਛ ਕੀਤੀ ਤਾਂ ਉਹ IED ਬਣਾ ਸਕਦਾ ਹੈ। ਸੋ ਇਸ ਤਰ੍ਹਾਂ ਦੇ ਬੰਦੇ ਨੈਚੁਰਲੀ ਫਿਰ ਵਰਤੇ ਜਾ ਸਕਦੇ। ਸਰ ਆਰਟੀਐਕਸ ਇਹ ਜਿਹੜੇ ਹੈਗੇ ਆ ਕਿੱਥੋਂ ਆ ਗਏ? ਪੰਜਾਬ ਦਾ ਹਸਪਤਾਲ ਖਤਮ ਹੋ ਗਿਆ, ਕਿਉਂਕਿ ਕਿੱਥੋਂ ਆਇਆ ਡਰੋਨ ਰਹੀ ਜੀ ਅਗਸਤ 2019 ਤੋਂ ਡਰੋਨ ਡਿਲੀਵਰੀ ਸ਼ੁਰੂ ਹੋਈ। ਦੇਖੋ ਜੀ BSF ਨੇ ਰੈਦਰ ਮੈਂ ਐਪਰੀਸ਼ੀਏਟ ਕਰਦਾ ਚੰਗਾ ਕੰਮ ਕਰਕੇ ਬਾਰਡਰ ਤੇ ਟਾਈਟਨੈਸ ਵਧਾਈ ਹੈ ਜੀ। ਜੇ ਤੁਸੀਂ ਪੂਰਾ ਇੱਕ ਓਵਰਆਲ ਪਰਸਪੈਕਟਿਵ ਦੇਖੋ ਨੈਸ਼ਨਲ ਲੈਵਲ ਤੇ ਬਿਕੋਜ਼ ਆਫ BSF ਦੀ ਮੁਸਤੈਦੀ ਕਰਕੇ ਇਹ ਡਰੋਨ ਸ਼ੁਰੂ ਹੋਏ ਜੀ। ਇਹ ਤਾਂ ਦੇਖੋ ਚੂਹੇ ਪਿੱਲੀ ਦਾ ਗੇਮ ਹੈ ਜੀ, ਕੈਟ ਐਂਡ ਮਾਊਸ ਗੇਮ ਹੈ ਵੀ ਪਹਿਲੇ ਰਿਵਰਾਈਨ ਬਾਰਡਰ ਕ੍ਰਾਸਿੰਗਸ ਹੁੰਦੀਆਂ ਸੀ, ਜਦੋਂ ਉੱਥੇ ਸਖਤੀ ਕਰਤੀ ਹੁਣ ਡਰੋਨ ਸ਼ੁਰੂ ਕਰਤੇ, ਹੁਣ ਇੰਨੀ ਸਖਤੀ ਹੋ ਗਈ ਹੈ ਪੰਜਾਬ ਬਾਰਡਰ ਤੇ ਕਿ ਹੁਣ ਸੀ ਰੂਟ ਜ਼ਿਆਦਾ ਯੂਜ਼ ਹੋ ਰਿਹਾ। ਸੋ ਇਹ ਚੱਲਦਾ ਰਹੂਗਾ, ਉਹਨਾਂ ਨੇ ਆਪਣੇ ਹੱਥਕੰਡੇ ਚੇਂਜ ਕਰਨੇ, ਅਸੀਂ ਆਪਣੀ ਟੈਕਟਿਸ ਚੇਂਜ ਕਰਾਂਗੇ ਕਾਊਂਟਰ ਕਰਨ ਲਈ। ਸਰ ਅੱਜ ਤੱਕ ਕਿੰਨੇ ਡਰੋਨ ਸ਼ਾਰਟੇਜ ਹੋ ਚੁੱਕੇ ਹਨ ਸਰ? ਲਾਸਟ ਹੋਣਾ 2019 ਦੋਨੋਂ ਬਾਜਵਾ ਸਰਪਾ ਤੇ ਜਿਹੜੇ ਬਾਜਵਾ ਸਰ ਨੂੰ ਪ੍ਰੋਵੀਨੈਂਸ ਦੇ ਦੀ ਹੈ ਜੀ, 2019 ਉਹਨਾਂ ਦੀ ਸੁਣ ਲੈਂਦੇ ਜੀ ਪਹਿਲੇ। पाकिस्तान को किस तरह वो जम्मू और रूट भी क्योंकि ये बहुत बड़ा इम्पोर्टेंट हो गया, कितने कितने यूज हो रहा है, थोड़ा बोलता कितने आरडीएक्स में जाने कुछ भी है क्योंकि इधर ब्लास्ट की कर नहीं पाए, कामयाब हो पाए, लेकिन ये सब किसको आ रहा है बेसिकली? देखो जी मेजरली नहीं जी नहीं बाजवा साहब 95% RDX डिलीवरी इज स्टिल थ्रू पंजाब बॉर्डर। एक्सप्लोसिव ਜਿਹੜਾ ਤੇ ਵੈਪਨ ਮੋਸਟਲੀ ਪੰਜਾਬ ਬਾਰਡਰ ਤੇ ਡਰੋਨਾਂ ਦੇ ਥਰੂ ਆਉਂਦਾ ਹੈ। ਹੈਰੋਇਨ ਜਿਹੜੀ ਹੈਗੀ ਉਹ ਜੰਮੂ ਬਾਰਡਰ ਤੋਂ ਸੀ ਰੂਟ ਤੋਂ ਆਉਂਦੀ, ਸੀ ਰੂਟ ਤੋਂ ਕਿਉਂਕਿ ਅਨਸੇਫ ਹੈ, ਵੱਡੇ ਕੰਟੇਨਰਾਂ ਦੇ ਵਿੱਚ ਆਉਂਦੇ ਜੀ। ਸੋ ਮੇਬੀ ਦੇ ਫੀਲ ਕਿ ਕਿਤੇ ਜੇ ਟਰੈਪ ਹੋ ਗਿਆ ਕਿਸੇ ਹੋਰ ਨੇ ਵਰਤ ਲਏ, ਸੋ ਹਾਲੇ ਅਸਲੇ ਲਈ ਅਦਰਵਾਈਜ਼ ਰਿਕਵਰੀਜ਼ ਹੋਈਆਂ ਹੈ, ਸੀ ਰੂਟ ਤੋਂ ਵੀ ਅਸਲਾ ਆਇਆ ਹੈ, ਜੰਮੂ ਬਾਰਡਰ ਤੋਂ ਵੀ ਅਸਲਾ ਆਇਆ ਹੈ, ਬਟ ਅਦਰਵਾਈਜ਼ ਮੋਸਟਲੀ ਜਿਹੜੇ ਐਕਸਪਲੋਸਿਵਸ ਹੈਗੇ ਉਹ ਪੰਜਾਬ ਬਾਰਡਰ ਤੋਂ ਹੀ ਆਉਂਦੇ ਆ। ਟਾਰਗੇਟਡ ਉਹਨਾਂ ਦੇ ਡਰੋਨ ਡਿਲੀਵਰੀ ਜ਼ੋਨਸ ਹੈਗੇ, ਉੱਥੇ ਹੀ ਡਰੋਨ ਲੈਂਡ ਕਰਦੇ ਜੀ। ਸਰ ਕਿੰਨੇ ਡਰੋਨ ਹਾਂਜੀ ਬਾਜਵਾ ਸਰ ਕਿੰਨੇ ਡਰੋਨ ਸ਼ਾਰਟੇਜ ਹੈ, ਕਿੰਨੇ ਕਰ ਸਕਦੇ ਨੇ? जैसे एवरेज बहुत ज्यादा जी ਅਤੇ ਮਤਲਬ ਇਸ ਸਾਲ ਹੀ ਨਾ ਜੀ ਇਸ ਸਾਲ ਹੀ ਜਿਹੜੇ ਮਤਲਬ ਮਾਈ ਫਿਗਰਸ ਮੇ ਬੀ ਆਊਟਡੇਟਡ ਆਈ ਥਿੰਕ 125 ਦੇ ਕਰੀਬ ਡਰੋਨ ਸੌਟੀਜ਼ ਆਈਆਂ ਜਿਹੜੀ ਪਿਛਲੇ ਸਾਲ ਤੋਂ 1.5 ਗੁਣਾ ਜ਼ਿਆਦਾ ਹੈ। ਸੋ देयर इज अ इंक्रीज ऑफ 50%। ਜੇ ਪਿਛਲੇ ਸਾਲ 80 ਦੇ ਕਰੀਬ ਆਈਆਂ ਹੁਣ 120 123। ਅਦਰਵਾਈਜ਼ BSF ਨੇ ਵੀ ਕਾਫੀ ਜਿਹੜਾ ਆਪਣਾ ਟੈਕਨੀਕਲ ਸਿਸਟਮ ਕਾਫੀ ਮੈਂ ਬਹੁਤ ਜ਼ਿਆਦਾ ਖੁੱਲ ਕੇ ਨਹੀਂ ਬੋਲ ਸਕਦਾ ਤੇ ਮੈਨੀ ਡਰੋਨਸ ਹੈਵ ਬੀਨ ਨਿਊਟਰਲਾਈਜ਼ਡ ਆਲਸੋ, बट अगेन इट्स अ मतलब टेक्निकल गेम है कि जी दोनों पास एक गैंगवार का अलर्ट है और नाल कुछ टारगेट्स के लिए भी अलर्ट आई है सेंट्रल एजेंसी ਦਾ ਕਿ ਗੈਂਗਵਾਰ ਆਸਟ੍ਰੇਲੀਆ ਪੰਜਾਬ ਦੇ ਵਿੱਚ। देखो जी ਅਸੀਂ ਨਿਰੰਤਰ ਜਿਹੜੇ ਦੋਵੇਂ ਫਰੰਟ ਤੇ ਅਸੀਂ ਟਾਰਗੇਟ ਹਾਰਡਨਿੰਗ ਵੀ ਕਰਦੇ ਪਏ ਹੈਗੇ ਤੇ ਅਸੀਂ ਐਕਟਿਵਲੀ ਜਿਸ ਤੇ ਅਸੀਂ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਕਿ ਪ੍ਰੋਐਕਟਿਵ ਤਰੀਕੇ ਨਾਲ ਇਹਨਾਂ ਦੇ ਮਗਰ ਪੈ ਕੇ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਕਿ ਜਿਵੇਂ ਬਾਨ ਸਾਹਿਬ ਦੀ ਟੀਮ ਜਿਹੜੀ ਹੈਗੀ ਦੇ ਕੋਆਰਡੀਨੇਟ ਜਿਹੜਾ ਅਸੀਂ ਕੰਮ ਕੀਤਾ ਹੈ ਕਿ ਹਰ ਪੁਲਿਸ ਸਟੇਸ਼ਨ ਲੈਵਲ ਤੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ UAPA ਦੇ ਵਿੱਚ ਜਾਂ ਗੈਂਗਸਟਰ ਦੇ ਕੇਸਿਸ, ਐਕਸਪਲੋਸਿਵ ਐਕਟ ਦੇ, ਐਕਸਟੋਰਸ਼ਨ ਦੇ ਕੇਸਿਸ, ਉਹਨਾਂ ਸਾਰਿਆਂ ਨੂੰ ਅਸੀਂ ਸ਼ਾਰਟਲਿਸਟ ਕਰਕੇ ਅਸੀਂ ਐਕਟੀਵੇਟ ਕਰ ਰਹੇ ਪੁਲਿਸ ਨੂੰ ਥਾਣੇ ਲੈਵਲ ਤੇ ਕਿ ਤੁਸੀਂ ਇਹਨਾਂ ਤੇ ਨਿਗਰਾਨੀ ਰੱਖੋ ਵੀ ਤੁਸੀਂ ਵੀ ਕਿ ਜਿਹੜਾ ਗੈਂਗਸਟਰਸ ਤੇ ਕਾਬੂ ਕਰਨਾ ਇਹ ਜਿਹੜਾ ਹੈਗਾ ਇਹ ਹਰ SHO ਦਾ ਹਰ ਪੁਲਿਸ ਅਫਸਰ ਦਾ ਕੰਮ ਹੈ। ਇਨਫੈਕਟ ਮੈਂ ਦੱਸਣਾ ਚਾਹਾਂਗਾ ਕਿ ਪਿੱਛੇ CM ਸਾਹਿਬ ਨੇ SSPs ਨਾਲ ਮੀਟਿੰਗ ਲਈ ਸੀ ਗਰੁੱਪਸ ਦੇ ਵਿੱਚ, ਸੋ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਵੀ ਸ਼ੁੱਡ ਫੋਲੋ ਬਾਟਮਸ ਅਪ ਅਪਰੋਚ ਐਂਡ ਟਾਪ ਡਾਊਨ ਅਪਰੋਚ ਬੋਥ। ਜਨਰਲੀ ਸਾਡਾ ਟਾਪ ਡਾਊਨ ਹੁੰਦਾ ਹੈ ਕਿ ਜੀ AGTF ਨੂੰ ਇਨਫੋਰਮੇਸ਼ਨ ਮਿਲੀ, ਇਹਨਾਂ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰਨਾ। ਅਸੀਂ ਚਾਹੁੰਦੇ ਹਾਂ ਕਿ ਥੱਲੇ ਉਹ ਸਾਰਿਆਂ ਨੂੰ ਐਕਟੀਵੇਟ ਕਰੋ ਕਿ ਹਰ SHO ਐਮਪਾਵਰਡ ਫੀਲ ਕਰੇ, ਉਹ ਆਪਣੇ ਏਰੀਆ ਦੇ ਵਿੱਚ ਗੈਂਗਸਟਰਸ ਤੇ ਨਿਗਰਾਨੀ ਰੱਖੇ, ਸੋਰਸਸ ਬਣਾਏ ਸੋ ਦੈਟ ਅਸੀਂ ਜੜ ਤੋਂ ਇਸ ਨੂੰ ਉਖਾੜ ਤਾਂ ਹੀ ਸਕਦੇ ਹਾਂ ਜੇ ਸਾਰੀ ਪੁਲਿਸ ਐਕਟਿਵ ਹੋ ਕੇ ਪੰਜਾਬ ਪੁਲਿਸ ਇਸ ਤੇ ਪਏਗੀ। 6 दिन का रिमांड मिला जी। थैंक यू वेरी मच। आई रिक्वेस्ट टू ज्वाइन फॉर अ कप ऑफ टी प्लीज।